ਮੰਦਭਾਗੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮਾਸੂਮ ਬੱਚੀ ਘਰ ਦੇ ਵਿੱਚ ਹੀ ਖੇਡ ਰਹੀ ਸੀ, ਪਰ ਘਰ ਦੇ ਵਿੱਚ ਬਣੇ ਇੱਕ ਗਟਰ ਦੇ ਵਿੱਚ ਸੀਵਰੇਜ ਦੇ ਵਿੱਚ ਉਹ ਕਦੋਂ ਡਿੱਗ ਗਈ, ਨਾ ਤਾਂ ਘਰਦਿਆਂ ਨੂੰ ਪਤਾ ਲੱਗਿਆ ਅਤੇ ਨਾ ਹੀ ਆਸ-ਪਾਸ ਦੇ ਲੋਕਾਂ ਨੂੰ। ਇਸ ਸਾਰੀ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਤੱਕ ਬੱਚੀ ਦੀ ਜਾਨ ਜਾ ਚੁੱਕੀ ਸੀ। ਇਸ ਮਾਸੂਮ ਬੱਚੀ ਦੀ ਉਮਰ ਮਹਿਜ਼ ਪੌਣੇ 3 ਸਾਲ ਦੀ ਹੈ। 2 ਸਾਲ 9 ਮਹੀਨੇ ਦੀ ਇਹ ਧੀ, ਜੋ ਕਿ ਇੱਕ ਡਾਕਟਰ ਦੀ ਧੀ ਸੀ ਦੱਸਿਆ ਜਾ ਰਿਹਾ ਹੈ। ਘਰ ਦੇ ਵਿੱਚ ਮੌਜੂਦ ਇੱਕ ਦਾਦੀ ਸੀ ਅਤੇ ਉਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਜਦੋਂ ਆਪਣੀ ਧੀ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਨੂੰ ਅਜਿਹੀ ਹਾਲਤ ਦੇ ਵਿੱਚ ਦੇਖ ਕੇ ਸਭ ਦੇ ਰੋਂਗਟੇ ਖੜੇ ਹੋ ਗਏ। ਮੋਹਾਲੀ ਦੇ ਨਵਾਂਗਾਂਵ ਤੋਂ ਖਬਰ ਸਾਹਮਣੇ ਆਈ ਕਿ ਪੌਣੇ 3 ਸਾਲ ਦੀ ਮਾਸੂਮ ਤਾਰਾ ਨਾਮ ਦੀ ਇਹ ਬੱਚੀ ਸੀਵਰੇਜ ਦੇ ਵਿੱਚ ਡਿੱਗ ਜਾਂਦੀ ਹੈ। ਪਾਣੀ ਓਵਰਫਲੋ ਹੋਣ ਤੋਂ ਬਾਅਦ ਇੱਕ ਠੇਕੇਦਾਰ ਨੂੰ ਬੁਲਾਇਆ ਗਿਆ ਸੀ। ਠੇਕੇਦਾਰ ਤੋਂ ਕਿਹਾ ਗਿਆ ਸੀ ਕਿ ਇਸ ਦੀ ਮੁਰੰਮਤ ਕਰਵਾਈ ਜਾਵੇ। ਘਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਭ ਕੁਝ ਠੀਕ ਠਾਕ ਕਰਨ ਦੇ ਲਈ ਹੀ ਘਰ ਦੇ ਵਿੱਚ ਕੰਮ ਚਾਲੂ ਕਰਵਾਇਆ ਗਿਆ ਸੀ, ਪਰ ਇੱਕ ਵੱਡੀ ਅਣਗਹਿਲੀ ਜਿਸ ਦੇ ਕਾਰਨ ਇੱਕ ਮਾਸੂਮ ਬੱਚੀ ਨੂੰ ਆਪਣੀ ਜਾਨ ਗंवानी ਪਈ ਹੈ। ਘਰ ਦੀ ਰੌਣਕ ਹੁੰਦੇ ਨੇ ਬੱਚੇ, ਤੇ ਘਰ ਦੀ ਰੌਣਕ ਅਤੇ ਖੁਸ਼ੀਆਂ ਸਭ ਕੁਝ ਖੋਹ ਲਿਆ ਗਿਆ ਇੱਕ ਨਿੱਕੀ ਜਿਹੀ ਲਾਪਰਵਾਹੀ ਦੇ ਕਾਰਨ। ਇਸ ਦੇ ਪਿੱਛੇ ਦਾ ਕਾਰਨ ਸਿਰਫ ਇਹ ਬਣਿਆ ਕਿ ਇੱਥੋਂ ਢੱਕਣ ਹਟਾ ਦਿੱਤਾ ਗਿਆ ਸੀ ਅਤੇ ਇਹ ਸਾਰਾ ਕੰਮਕਾਰ ਕਰਨ ਵਾਲਾ ਉਹ ਵਿਅਕਤੀ ਘਰ 'ਚ ਕਿਸੇ ਨੂੰ ਵੀ ਦੱਸ ਕੇ ਨਹੀਂ ਗਿਆ ਕਿ ਉਸਨੇ ਢੱਕਣ ਨਹੀਂ ਰੱਖਿਆ, ਸਿਰਫ ਇੱਕ ਬੋਰੀ ਰੱਖ ਦਿੱਤੀ ਹੈ। ਖੇਡਦੀ ਬੱਚੀ ਕਦੋਂ ਇਸ ਦੇ ਵਿੱਚ ਜਾ ਡਿੱਗੀ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ। ਦੱਸਦੇ ਕਿ ਢੱਕਣ ਖੁੱਲਾ ਛੱਡ ਕੇ ਗਏ ਠੇਕੇਦਾਰ ਦੀ ਲਾਪਰਵਾਹੀ ਦੇ ਕਾਰਨ ਘਰ ਦੇ ਵਿੱਚ ਉਜਾੜਾ ਹੋ ਗਿਆ। ਖੁਸ਼ੀਆਂ ਖਤਮ ਹੋ ਚੁੱਕੀਆਂ ਨੇ। ਪੌਣੇ 3 ਸਾਲ ਦੀ ਮਾਸੂਮ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਬੱਚੀ ਉੱਥੇ ਹੀ ਖੇਡਦੀ ਕਦੋਂ ਵਿੱਚ ਡਿੱਗ ਪਈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਘਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਦੇ ਉੱਪਰ ਢੱਕਣ ਨਹੀਂ ਹੈ, ਸਗੋਂ ਸਿਰਫ ਇੱਕ ਸੀਮੈਂਟ ਦੀ ਬੋਰੀ ਰੱਖੀ ਹੋਈ ਹੈ। ਇਸ ਦੇ ਵਿੱਚ ਕੋਈ ਵੀ ਵੱਡਾ ਵੀ ਗਿਰ ਸਕਦਾ ਸੀ। ਇੱਕ ਵੱਡੀ ਲਾਪਰਵਾਹੀ ਦੇ ਕਾਰਨ ਉਹਨਾਂ ਦੇ ਘਰ ਦੀ ਖੁਸ਼ੀਆਂ ਗਈਆਂ ਨੇ, ਜਿਸ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਵਿਅਕਤੀ ਦੇ ਖਿਲਾਫ ਜਿਸ ਦੇ ਵੱਲੋਂ ਅਜਿਹੀ ਲਾਪਰਵਾਹੀ ਵਰਤ ਕੇ ਸਾਡੀ ਧੀ ਦੀ ਜਾਨ ਲਈ ਗਈ ਹੈ। ਪਿੰਡ ਦੇ ਵਿੱਚ ਬਣੇ ਸੀਵਰੇਜ ਨੂੰ ਠੀਕ ਕਰਵਾਉਣ ਦੇ ਲਈ ਘਰ ਬੁਲਾਇਆ ਗਿਆ ਸੀ ਠੇਕੇਦਾਰ। ਦੱਸ ਦਈਏ ਕਿ 7 ਤੋਂ 8 ਦਿਨ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਮੁਰੰਮਤ ਦਾ ਕੰਮ ਕਰਨ ਦੇ ਲਈ ਕਿਹਾ ਸੀ। 15 ਤਰੀਕ ਨੂੰ ਉਹ ਵਿਅਕਤੀ ਆਂਦਾ ਹੈ ਜਿਸ ਦੀ ਉਮਰ 17 ਸਾਲ ਦੀ ਅਤੇ ਨਾਮ ਅਮਨ ਹੈ। ਘਰ ਦੇ ਵਿੱਚ ਉਸ ਸਮੇਂ ਇਸ ਕੁੜੀ ਦੀ ਦਾਦੀ ਇਕੱਲੀ ਸੀ ਅਤੇ ਸਾਰਾ ਕੰਮ ਕਰਕੇ ਕਰੀਬ 12 ਵਜੇ ਦੀ ਇਹ ਸਾਰੀ ਘਟਨਾ ਜਦੋਂ ਸੀਮੈਂਟ ਦੀ ਬੋਰੀ ਦੇ ਨਾਲ ਢੱਕ ਕੇ ਉਹ ਵਿਅਕਤੀ ਉੱਥੋਂ ਚਲਾ ਜਾਂਦਾ ਹੈ। ਨਾ ਤਾਂ ਘਰ ਦੇ ਵਿੱਚ ਕਿਸੇ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਪੱਕਾ ਕੰਮ ਕੀਤਾ ਗਿਆ। ਕੱਚਾ ਕੰਮ ਕਰਨ ਤੋਂ ਬਾਅਦ ਉਹ ਚਲਾ ਗਿਆ ਅਤੇ ਨਾਲ ਹੀ ਬੱਚੀ ਦੀ ਜਾਨ ਲੈ ਲਈ ਹੈ। ਬੱਚੀ ਇਸ ਦੇ ਉੱਪਰ ਖੇਡਦੀ ਕਦੋਂ ਡਿੱਗ ਪਈ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਤੁਸੀਂ ਦੇਖ ਸਕਦੇ ਹੋ ਕਿ ਇਹ ਸੀਵਰੇਜ ਹੈ ਜਿਹੜਾ ਗਟਰ ਘਰ ਦੇ ਅੰਦਰ ਹੀ ਬਣਿਆ ਹੋਇਆ ਹੈ। ਘਰ ਦੇ ਅੰਦਰ ਹੀ ਖੇਡਦੀ ਬੱਚੀ ਇਸ ਦੇ ਵਿੱਚ ਗਿਰ ਗਈ ਸੀ। ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਨੇ FIR ਦਰਜ ਕੀਤੀ ਹੈ। ਪਰਿਵਾਰਿਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਉਸ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਿਨਾਂ ਢੱਕਣ ਤੇ ਸਿਰਫ ਬੋਰੀ ਰੱਖਣ ਦੀ ਲਾਪਰਵਾਹੀ ਕਰਕੇ ਉਸਨੇ ਇੱਕ ਬੱਚੇ ਦੀ ਜਾਨ ਲਈ ਹੈ। ਘਰਦਿਆਂ ਨੂੰ ਦੱਸਿਆ ਤੱਕ ਨਹੀਂ, ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਇੱਥੇ ਕੱਚਾ ਕੰਮ ਕੀਤਾ ਹੋਇਆ, ਜਦੋਂ ਕਿ ਉਸ ਦਾ ਕਹਿਣਾ ਸੀ ਕਿ ਮੈਂ ਖਾਣ ਪੀਣ ਚੱਲਿਆ, ਰੋਟੀ ਖਾਣ ਚਲਾ ਗਿਆ ਜਾਂ ਫਿਰ ਕਿਤੇ ਹੋਰ, ਪਰ ਉਹ ਘਰਦਿਆਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦੇ ਕੇ ਗਿਆ ਸੀ। ਫਿਲਹਾਲ ਪੁਲਿਸ ਨੇ ਇਸ ਸਾਰੇ ਮਾਮਲੇ ਦੇ ਵਿੱਚ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਮਾਪਿਆਂ ਨੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਇੱਕ ਲਾਪਰਵਾਹੀ ਨੇ ਸਾਡੀਆਂ ਸਾਰੀਆਂ ਖੁਸ਼ੀਆਂ ਤਬਾਹ ਕਰ ਦਿੱਤੀਆਂ। ਪੌਣੇ 3 ਸਾਲ ਦੀ ਉਹ ਬੱਚੀ ਜਿਹੜੀ ਕਿ ਸਕੂਲ ਵੀ ਜਾਂਦੀ ਸੀ, ਘਰ ਦੇ ਅੰਦਰ ਹੀ ਖੇਡਦੀ ਉਹ ਸੀਵਰੇਜ ਵਾਲੇ ਗਟਰ ਦੇ ਵਿੱਚ ਜਾ ਡਿੱਗੀ, ਕਿਉਂਕਿ ਇਸ ਦਾ ਢੱਕਣ ਉਸ ਵਿਅਕਤੀ ਨੇ ਚੱਕ ਦਿੱਤਾ ਸੀ ਜਿਹੜਾ ਇੱਥੇ ਠੀਕ ਕਰਨ ਦੇ ਲਈ, ਮੁਰੰਮਤ ਕਰਨ ਦੇ ਲਈ, ਕੰਮਕਾਰ ਦੇ ਲਈ ਬੁਲਾਇਆ ਹੋਇਆ ਸੀ। ਉਸਨੇ ਪੂਰਾ ਢੱਕਣ ਉਸ ਦੇ ਉੱਪਰ ਨਹੀਂ ਰੱਖਿਆ, ਨਾ ਤਾਂ ਕੋਈ ਇੱਟ ਹੀ ਰੱਖੀ ਅਤੇ ਨਾ ਹੀ ਕੋਈ ਪੱਕਾ ਕੰਮ ਹੀ ਕੀਤਾ ਗਿਆ ਸੀ, ਸਗੋਂ ਸਿੱਧਾ ਹੀ ਇੱਕ ਸੀਮੈਂਟ ਦੀ ਬੋਰੀ ਰੱਖ ਦਿੱਤੀ ਗਈ। ਉਹ ਵੀ ਉਸ ਢੱਕਣ ਦੇ ਬਰਾਬਰ ਦੀ ਨਹੀਂ ਸੀ ਕਿ ਵਿੱਚ ਨਾ ਜਾਂਦੀ। ਛੋਟੀ ਬੋਰੀ ਸੀ, ਉਸ ਦੇ ਉੱਪਰ ਜਿਵੇਂ ਹੀ ਉਹ ਮਾਸੂਮ ਬੱਚੀ, ਹਲਕੀ ਫੁਲਕੀ ਬੱਚੀ ਹੈ ਇਹ, ਜਿਵੇਂ ਹੀ ਉਸ ਦੇ ਉੱਪਰ ਚੜੀ ਉਹ ਬੋਰੀ ਅੰਦਰ ਧਸ ਜਾਂਦੀ ਹੈ ਅਤੇ ਖੇਡਦੀ ਬੱਚੀ ਦੀ ਜਾਨ ਚਲੀ ਜਾਂਦੀ ਹੈ। ਢੱਕਣ ਹਟਾ ਕੇ ਬੋਰੀ ਰੱਖਣ ਦਾ ਮਾਮਲਾ ਵੱਡੀ ਲਾਪਰਵਾਹੀ ਸਾਹਮਣੇ ਆਈ, ਜਿੱਥੇ ਕਿ ਇੱਕ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਇਹ ਤਾਉਮਰ ਯਾਦ ਰੱਖੇ ਕਿ ਇਸਨੇ ਕਿਹੋ ਜਿਹੀ ਗਲਤੀ ਕੀਤੀ ਸੀ, ਲਾਪਰਵਾਹੀ ਕਰਕੇ ਕਿਸੇ ਬੱਚੀ ਦੀ ਜਾਨ ਲਈ ਸੀ। ਇਸ ਤੋਂ ਇਲਾਵਾ ਉਸ ਠੇਕੇਦਾਰ ਦੇ ਖਿਲਾਫ ਵੀ
ਬਣਦੀ ਕਾਰਵਾਈ ਦੀ ਮੰਗ ਪਰਿਵਾਰ ਕਰ ਰਿਹਾ ਹੈ, ਜਿਸ ਦੇ ਕੋਲ ਕੋਈ ਵੀ ਪੁਖਤਾ ਕਾਗਜ਼ਾਤ ਨਹੀਂ ਹੈ, ਪਰ ਫਿਰ ਵੀ ਉਹ ਹਰ ਇੱਕ ਅਜਿਹਾ ਕੰਮ ਫੜ ਲੈਂਦਾ ਹੈ ਜਿਸ ਦੇ ਲਈ ਲੋਕਾਂ ਨੂੰ ਮਾੜੀ ਮੋਟੀ ਸਹੂਲਤ ਤਾਂ ਦੇ ਦਿੰਦਾ ਹੈ, ਪਰ ਉਹਨਾਂ ਦੀਆਂ ਵੱਡੀਆਂ ਮੁਸੀਬਤਾਂ ਦਾ ਕਾਰਨ ਬਣ ਰਿਹਾ ਉਹ ਠੇਕੇਦਾਰ। ਪਰਿਵਾਰਿਕ ਮੈਂਬਰ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਨੇ। ਸਾਰੇ ਮਾਮਲੇ ਤੇ ਉਸ ਬੱਚੀ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਕੁਝ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਮੰਗ ਕਰ ਰਹੇ ਨੇ ਅਤੇ ਆਪਣੀ ਧੀ ਨੂੰ ਕਿੰਜ ਯਾਦ ਕਰ ਰਹੇ ਨੇ। ਆਓ ਸੁਣਦੇ ਹਾਂ। काम करा था उसने, विश्वनाथ ने, तो उसको मैं बोल रहा था कि तुम इसको करवा देना, है ना। तो मुझे पता नहीं था कि वो आज करने आ रहा है एब्सेंट, मतलब जिस दिन 15 को जो घटना घटी है उस दिन आ रहा है। मेरे एब्सेंट में मेरी वाइफ भी नहीं थी, यहाँ पर कोई भी नहीं था। मेरी मदर हैं 65 साल के आसपास, वो थी घर में, और जो कि मैं मदर को बोला हुआ है कि मेरे एब्सेंट में गेट भी नहीं खोलना, लेकिन उनको लगा कि ये बोले होंगे मरम्मत करने के लिए, तो मरम्मत करने आया। और ये जो टैंक है, सीवरेज टैंक, जो सेफ्टी टैंक है, उसको उसने ढक्कन को ओपन करके, जो कि लोहे के फ्रेम के साथ होता है, उसने वहाँ से उठा करके साइड कर दिया। और ओपन करने के बाद करीब 12 बजे के आसपास आया होगा, उसके ऊपर एक खाली बोरी, सीमेंट की खाली बोरी से ढक दिया। उसमें कोई भी गिर सकता है, हमें भी पता नहीं चलेगा। अगर कोई कवरेज, अगर कोई अंदर होल है और होल के ऊपर अगर कोई प्लास्टिक या बोरा रख दे तो किसी को कुछ नहीं पता है। ये सीवरेज टैंक था, पानी का? ये सीवरेज टैंक है, सेफ्टी साफ टैंक। कराने के ठेकेदार को ठेकेदार को? नहीं, साफ़ कराने के लिए आगे का जो है ना सोख्ता भर गया था। ये वाला तो उस दिन जब टैंक आया साफ़ करने वाला, तो इसको भी कहा कि इस भी करवा देते हैं। तो मैं तो ड्यूटी पर था उस दिन भी, मैंने बोला चलो ठीक है करवा दो, कोई बात नहीं। विश्वनाथ की बोल रहे हो ठेकेदार है कोई? हाँ जी, हाँ जी। ये कितने साल की बेटी को? 2.25 साल। इसके बारे में पुलिस ने क्या कार्रवाई की है ठेकेदार के खिलाफ? पुलिस ने FIR लॉन्च कर दी है ना, और उसको अरेस्ट कर लिया था, लड़के को और उसको, दोनों को। लेकिन केस जो है वो लड़के ने, चूँकि उसका लड़के ने जो काम किया, जो उसको तो मैं पहचानता भी नहीं हूँ, वो लड़के की निग्लिजेंसी है। लड़के ने उसको उठा करके साइड रखा, कुछ को उसको एक्सपीरियंस नहीं था। ये लोग जो लेबर वर्क होते हैं, इनको कोई IQ लेवल नहीं होता है। ये लोग हमेशा ऐसे डेंजर चीज़ों को कहीं भी कुछ करके चले जाते हैं, है ना। इनको थोड़ी भी एक्सपीरियंस होता, नॉलेज होता, तो वो उसके ऊपर या तो लकड़ी का पटरा रख देता, ईंट रख देता, या बता के जाता, ऑलमोस्ट घर में बता के जाता कि माता जी या जो भी हैं यहाँ पे घर में, इसको ध्यान से रखिए, यहाँ पर मैं करके जाया हूँ। मुझे इन्फॉर्म करता कि सर मैं आया था बनाने, मुझे भी इन्फॉर्मेशन नहीं थी कि वो आज इस समय 12 बजे के आसपास जो दोपहर में वो आकर के गया है, ये नहीं था। कितने बच्चे थे आपके? मेरे बच्चे 2 हैं। दो। ये इंसाफ की क्या मांग है? क्या कार्रवाई? कड़ी से कड़ी कार्रवाई होनी चाहिए उसके अगेंस्ट। जो लीगल एक्शन होता है ना, वो मैंने रिक्वेस्ट करी हुई है ना। जो भी लीगल एक्शन होगा उसको कड़ी से कड़ी, मैक्सिमम से मैक्सिमम जो पनिशमेंट होना चाहिए इस केस में, ताकि उसको पूरी ज़िंदगी, उसको और उसके ठेकेदार को, सबसे पहले तो उस ठेकेदार के पास कोई लाइसेंस नहीं है, ऐसे ठेकेदार से कोई काम ना कराए। सबसे पहले तो मेरे को ये रिक्वेस्ट है कि ऐसे ठेकेदार से कोई काम ना कराए जिसके पास कोई रिस्पॉन्सिबिलिटी नहीं है ना। और उसको कड़ी से कड़ी सज़ा होनी चाहिए, जितनी भी मैक्सिमम से मैक्सिमम हो सके, क्योंकि मैंने अपना बच्चा खोया है, कोई और ना खोए, है ना। मैं यही गवर्नमेंट से भी रिक्वेस्ट करूँगा